ਕਮੇਟੀ ਨੂੰ ਦੋਸ਼ ਸਟਰਕਚਰ ਨੂੰ ਐਸਜੀਪੀਸੀ ਨੂੰ ਦੋਸ਼ ਦੇਣ ਲੱਗ ਜਾਂਦੇ ਆ। ਹਾਲਾਂਕਿ ਮਸਲਾ ਇਹ ਹੈ ਕਿ ਜਿਹੜੇ ਉੱਥੋਂ ਦੇ ਪ੍ਰਬੰਧਕ ਹੈਗੇ ਆ ਇਹ ਉਹਨਾਂ ਦੀਆਂ ਨਾਕਾਮੀਆਂ। ਕੋਈ ਅਕਾਲੀ ਦਲ ਜਿਹੜਾ ਇੱਕ ਸਰੂਪ ਦੀ ਚੋਰੀ ਵਾਸਤੇ ਧਰਨੇ ਲਾ ਰਿਹਾ ਸੀ ਉਹਨਾਂ ਦਿਨਾਂ 'ਚ ਹੀ ਪਟਿਆਲੇ, ਉਹ ਅੱਜ 328 ਵਾਸਤੇ ਚੁੱਪ ਬੈਠਾ ਹੈ। ਕਿਉਂ ਚੁੱਪ ਬੈਠਾ? ਕਿਉਂਕਿ ਇਹ ਪਤਾ ਹੈ ਕਿ ਵੀ ਇਹਦੇ ਵਿੱਚ ਬਹੁਤ ਵੱਡੇ ਉਹਨਾਂ ਦੇ ਬੰਦੇ ਇਨਵੋਲਡ ਆ। ਮੁੱਖ ਸਕੱਤਰ ਰੂਪ ਸਿੰਘ ਦਾ ਜਿਹੜਾ ਬਿਆਨ ਆਉਂਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਮੈਂ ਵਾਪਸ ਪਰਤੂੰਗਾ ਇਕਾਂਤਵਾਸ ਚੋਂ ਤਾਂ ਬੜੇ ਵੱਡੇ ਖੁਲਾਸੇ ਕਰਨੇ ਆ। ਸਭ ਤੋਂ ਪਹਿਲਾਂ ਤੁਹਾਡਾ ਕੰਮ ਕੀ ਹੋਣਾ ਚਾਹੀਦਾ, ਤੁਸੀਂ ਫੌਜਦਾਰੀ ਮੁਕੱਦਮਾ ਦਰਜ ਕਰਾਓ ਤਾਂ ਕਿ ਕਿਸੇ ਤਰੀਕੇ ਨਾਲ ਐਵੀਡੈਂਸ ਡਿਸਟਰੋਏ ਨਾ ਹੋ ਜਾਣ। ਇਹ ਤਾਂ ਮੈਂ ਆ ਰਿਹਾ, ਮੈਂ ਦੱਸ ਰਿਹਾ, ਮੈਂ ਬਾਅਦ ਚ ਖੁਲਾਸੇ ਕਰੂੰਗਾ, ਇਹ ਕੀ ਗੱਲ ਆ ਵੀ ਤੂੰ ਖੁਲਾਸੇ ਕਰਨੇ ਆ, ਇਮੀਡੀਏਟਲੀ ਇਨਵੈਸਟੀਗੇਸ਼ਨ ਦੱਸ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਇੱਥੇ ਜ਼ਿੰਮੇਵਾਰੀ ਦੀ ਗੱਲ ਕਰੀਏ ਕਿ ਉਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਤਾਂ ਹੁੰਦੀ ਹੈ ਕਿਤੇ ਨਾ ਕਿਤੇ। ਜਿਹੜੇ ਐਸਜੀਪੀਸੀ ਆ ਕੋਈ ਇਨਵੈਸਟੀਗੇਸ਼ਨ ਏਜੰਸੀ ਤਾਂ ਨਹੀਂ ਗੀ, ਚੀਜ਼ ਤਾਂ ਚੋਰੀ ਹੋਈ ਆ, ਚੋਰੀ ਦੀ ਇਨਕੁਆਇਰੀ ਜਿਹੜੀ ਆ ਉਹ ਇਨਵੈਸਟੀਗੇਟਿੰਗ ਏਜੰਸੀ ਕਰੂਗੀ, ਨਾ ਕਿ ਉਹ ਬੰਦੇ ਜਿਹੜੇ ਇਨਵੋਲਡ ਆ ਉਹਦੀ ਚੋਰੀ 'ਚ। ਸਭ ਤੋਂ ਪਹਿਲਾ ਕੰਮ ਹੁੰਦਾ ਸੀ ਕਿ ਉਹ ਇਸ ਚੀਜ਼ ਦੀ ਇੱਕ FIR ਕਰਾਉਂਦੇ ਕਿ ਸਾਡੇ ਇੱਥੇ ਗੁੰਮ ਹੋ ਗਈ। ਹੁਣ ਉਹ ਦੱਸ ਰਹੇ ਜੀ ਫਲਾਣੇ ਨੇ FIR ਕਰ ਦੋ, ਫਲਾਣੇ, ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ? ਸਭ ਤੋਂ ਪਹਿਲਾਂ ਪ੍ਰਾਇਮਰੀ ਫੰਕਸ਼ਨ ਇਹਨਾਂ ਦਾ ਦੱਸਣਾ ਕਿ ਉਹ ਗ੍ਰੰਥ ਗਏ ਕਿੱਥੇ, ਗੁਰੂ ਗ੍ਰੰਥ ਸਾਹਿਬ ਦੀਆਂ ਉਹ ਬੀੜਾਂ ਜਾਂ ਸਰੂਪ ਗਏ ਕਿੱਥੇ। ਆਪਾਂ ਇਹ ਕਹਿ ਦਈਏ ਕਿ ਛੋਟੇ ਮੁਲਾਜ਼ਮ ਹੀ ਇਹ ਕਰਕੇ ਉਹਨਾਂ ਦਾ ਕੀ ਇੰਟਰਸਟ ਆ 2500 ਰੁਪਏ ਦੀ ਭੇਟਾਂ ਨਾਲ ਮਿਲ ਜਾਂਦੀ ਚੀਜ਼, ਉਹਦੀ ਕਿਉਂ ਚੋਰੀ ਕੀਤੀ, ਕਿੰਨੇ ਦੀ ਵੇਚ ਲੂ? ਤੇ ਜੇ ਐਂ ਹੋ ਰਿਹਾ ਸੀ ਤਾਂ ਵੀ 4 ਸਾਲ ਤੁਸੀਂ ਆਡਿਟ ਹੀ ਨਹੀਂ ਕੀਤਾ। ਘੁੰਮ ਕੇ ਤਾਂ ਗੱਲ ਇੱਥੇ ਆਉਂਦੀ ਹੈ, ਜਾਂ ਤੁਸੀਂ ਨਲਾਇਕ ਹੋ, ਹੈਂਡਲ ਨਹੀਂ ਕਰ ਸਕਦੇ, ਜਾਂ ਤੁਸੀਂ ਵਿੱਚ ਰਲੇ ਦੇ ਹੋ। ਦੋ ਹੀ ਗੱਲਾਂ ਹੋ ਸਕਦੀਆਂ। ਚੁੱਪ ਤਾਂ ਸਾਫ਼ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਇਨਵੋਲਡ ਆ ਲੋ, ਕਿਸੇ ਨੂੰ ਲੁਕੋ ਰਹੇ ਆ। ਜਗਬਾਣੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੰਦੀਪ ਲਾਦੂਕਾ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਐਸਜੀਪੀਸੀ ਦੇ ਰੋਲ ਨੂੰ ਲੈ ਕੇ, ਉਸ ਦੀ ਭੂਮਿਕਾ ਨੂੰ ਲੈ ਕੇ ਬੜਾ ਵਿਵਾਦ ਬਣਿਆ ਹੋਇਆ। ਉਸ ਨੂੰ ਚੁਣੌਤੀ ਵੀ ਦਿੱਤੀ ਜਾ ਰਹੀ ਹੈ ਕਿ ਸਹੀ ਦਿਸ਼ਾ ਦੇ ਵੱਲ ਐਸਜੀਪੀਸੀ ਨਹੀਂ ਤੁਰ ਰਹੀ, ਕਿਉਂਕਿ 328 ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਮਸਲੇ ਨੂੰ ਲੈ ਕੇ, ਕਿਉਂਕਿ ਪਹਿਲਾਂ ਖਬਰਾਂ ਇਹ ਆਈਆਂ ਕਿ ਇਹ 267 ਸਰੂਪ ਸੀ। ਉਸ ਤੋਂ ਬਾਅਦ ਜਦੋਂ ਇਨਕੁਆਇਰੀ ਹੁੰਦੀ ਹੈ, ਸਮੀਖਿਆ ਕੀਤੀ ਜਾਂਦੀ ਹੈ ਤੇ ਗਿਣਤੀ ਵੱਧ ਕੇ ਦੱਸੀ ਜਾਂਦੀ ਹੈ। ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਦੇ ਉੱਤੇ ਇਨਕੁਆਇਰੀ ਵੀ ਬਿਠਾਈ ਜਾਂਦੀ ਹੈ ਤੇ ਜਿਸ ਦੇ ਵਿੱਚ ਇੱਕ ਵੱਡੀ ਕਾਰਵਾਈ ਕਰਕੇ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਹੀ 15 ਮੁਲਾਜ਼ਮ, ਜਿਸ ਦੇ ਵਿੱਚ ਮੁੱਖ ਸਕੱਤਰ ਰੂਪ ਸਿੰਘ ਵੀ ਸ਼ਾਮਲ ਨੇ, ਜਿਨ੍ਹਾਂ ਨੇ ਹਾਲ ਹੀ ਦੀ ਘੜੀ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਤੇ ਚਿੱਠੀ ਲਿਖ ਕੇ ਇੱਕ ਬਿਆਨ ਦਿੱਤਾ ਹੈ ਕਿ ਮੈਂ ਜਲਦ ਹੀ ਹੋਰ ਵੀ ਬਹੁਤ ਸਾਰੇ ਖੁਲਾਸੇ ਕਰਾਂਗਾ ਕਿਉਂਕਿ ਅਸਲ ਦੋਸ਼ੀਆਂ ਨੂੰ ਨਹੀਂ ਫੜਿਆ ਜਾ ਰਿਹਾ, ਤੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ। ਇਹ ਸਾਰੇ ਮਸਲੇ ਦੀ ਕਹਾਣੀ ਨੂੰ ਜਾਣਾਂਗੇ ਤੇ ਸਾਡੇ ਨਾਲ ਲੇਖਕ ਅਜੇਪਾਲ ਸਿੰਘ ਬਰਾੜ ਹਾਜ਼ਰ ਨੇ। ਬਰਾੜ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਐਸਜੀਪੀਸੀ ਦੇ ਰੋਲ ਨੂੰ ਲੈ ਕੇ ਜਾਂ 328 ਪਾਵਨ ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਸ ਨੂੰ ਲੈ ਕੇ ਗਾਇਬ ਹੋਣ ਦਾ, ਲਾਪਤਾ ਹੋਣ ਦਾ ਮਸਲਾ ਹੈ। ਪਹਿਲਾਂ ਇਹ ਵੀ ਖਬਰ ਚਰਚਾ ਵਿੱਚ ਰਹੀ ਕਿ ਜਿਹੜੇ ਪਾਵਨ ਸਰੂਪ ਨੇ ਉਹਨਾਂ ਨੂੰ ਅੱਗ ਲੱਗ ਗਈ ਸੀ, ਸੜ ਗਏ ਸੀ, ਇਸ ਕਰਕੇ ਖੁਰਦ-ਬੁਰਦ ਹੋ ਗਏ ਤੇ ਉਸ ਦਾ ਪਤਾ ਨਹੀਂ ਲੱਗਿਆ, ਉਸ ਦੀ ਬੇਅਦਬੀ ਕੀਤੀ ਗਈ। ਪਰ ਇਹ ਸਾਰੀ ਬੇਅਦਬੀ ਦੇ ਮਸਲੇ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੱਥੇ ਕਮੀ ਰਹੇਗੀ ਕਿ ਰੌਲਾ ਬਣਿਆ ਹੋਇਆ ਹੱਲ ਦਿਖਦਾ ਨਹੀਂ? ਸੰਦੀਪ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਸਿੱਖਾਂ ਦੀ ਇੱਕ ਬਹੁਤ ਸਿਰਮੌਰ ਸੰਸਥਾ ਹੈਗੀ ਆ। ਹੁਣ ਜਿਹੜਾ ਆਮ ਜਦੋਂ ਇਹ ਜੇ ਵਿਵਾਦਾਂ 'ਚੋਂ ਘੇਰਦੀ ਆ ਤਾਂ ਅਸੀਂ ਕਮੇਟੀ ਨੂੰ ਦੋਸ਼, ਸਟਰਕਚਰ ਨੂੰ, ਐਸਜੀਪੀਸੀ ਨੂੰ ਦੋਸ਼ ਦੇਣ ਲੱਗ ਜਾਂਦੇ ਆ। ਹਾਲਾਂਕਿ ਮਸਲਾ ਇਹ ਹੈ ਕਿ ਜਿਹੜੇ ਉੱਥੋਂ ਦੇ ਪ੍ਰਬੰਧਕ ਹੈਗੇ ਆ ਇਹ ਉਹਨਾਂ ਦੀਆਂ ਨਾਕਾਮੀਆਂ। ਪ੍ਰਬੰਧਕ ਤਾਂ ਬਦਲਦੇ ਰਹਿੰਦੇ ਆ, ਬਹੁਤ ਚੰਗੇ ਪ੍ਰਬੰਧਕ ਵੀ ਆਏ ਆ, ਪਰ ਜੋ ਹੁਣ ਜੋ ਕੁਛ ਹੋ ਰਿਹਾ ਹੈ ਇਹ ਉਹਨਾਂ ਪ੍ਰਬੰਧਕਾਂ ਦੀ ਨਲਾਇਕੀ ਆ, ਨਾ ਕਿ ਕਮੇਟੀ ਦੇ ਵਿੱਚ ਕੋਈ ਐਸੀ ਬੁਰਾਈ ਆ ਕਿ ਵੀ ਜੇ ਉਹਨੂੰ ਸਿੰਸੀਅਰਲੀ ਚਲਾਇਆ ਜਾਵੇ, ਇਮਾਨਦਾਰੀ ਨਾਲ ਉਸ ਸਾਰੇ ਪ੍ਰਬੰਧ ਨੂੰ ਚਲਾਇਆ ਜਾਵੇ ਤੇ ਇਹ ਮਸਲੇ ਨਹੀਂ ਉੱਠਦੇ। ਕਿਉਂਕਿ ਕਮੇਟੀ ਬਣੀ ਪ੍ਰਬੰਧ ਸਹੀ ਚਲਾਉਣ ਵਾਸਤੇ ਕਰਨਾ ਸੀ। ਹਾਂ, ਕੁਛ 2-4 ਉਣਤਾਈਆਂ ਅੰਗਰੇਜ਼ਾਂ ਨੇ ਉਸ ਸਮੇਂ ਰੱਖੀਆਂ ਸੀ, ਪਰ ਉਹ ਤਾਂ ਕਿਸੇ ਸੰਸਥਾ 'ਚ ਵੀ ਹੋ ਸਕਦੀਆਂ, ਪਰ ਇਹਨਾਂ ਚੀਜ਼ਾਂ ਤੇ ਉਹਨਾਂ ਦਾ ਅਸਰ ਨਹੀਂ ਪੈ ਸਕਦਾ। ਉਹ ਬਿਲਕੁਲ ਅਲੱਗ ਇੱਕ ਚਰਚਾ ਦਾ ਵਿਸ਼ਾ। ਪਰ ਜਿਹੜਾ ਕੁਛ ਹੁਣ ਉੱਥੇ ਹੋ ਰਿਹਾ ਹੈ, ਜਿਵੇਂ ਸਰੂਪ ਗੁੰਮੇ ਆ, ਪਹਿਲਾਂ ਕਮੇਟੀ ਨੇ ਆਖਿਆ ਨਹੀਂ ਜੀ ਇਹ ਤਾਂ ਜਸਟਿਸ ਅਜੀਤ ਸਿੰਘ ਬੈਂਸ ਵਾਲੀ ਜਿਹੜੀ ਉਹ ਕਮੇਟੀ ਆ ਜਿਹਨਾਂ ਨੇ ਉਹ ਅੱਗੇ ਉਜਾਗਰ ਕੀਤੀ ਸੀ ਗੱਲ, ਇਹ ਝੂਠ ਹੀ ਬੋਲ ਰਿਹਾ ਤਾਂ ਇਹ ਹੋਇਆ ਹੀ ਕੁਛ ਨਹੀਂ। ਫਿਰ ਉਹ ਗੱਲ ਆਈ ਕਿ ਨਹੀਂ ਤਾਂ ਹੋਇਆ, ਠੀਕ ਆ। ਉਹੀ ਅਕਾਲੀ ਦਲ ਜਿਹੜਾ ਇੱਕ ਸਰੂਪ ਦੀ ਚੋਰੀ ਵਾਸਤੇ ਧਰਨੇ ਲਾ ਰਿਹਾ ਸੀ ਉਹਨਾਂ ਦਿਨਾਂ 'ਚ ਹੀ ਪਟਿਆਲੇ, ਉਹ ਅੱਜ 328 ਵਾਸਤੇ ਚੁੱਪ ਬੈਠਾ ਹੈ। ਕਿਉਂ ਚੁੱਪ ਬੈਠਾ? ਕਿਉਂਕਿ ਇਹ ਪਤਾ ਹੈ ਕਿ ਵੀ ਇਹਦੇ ਵਿੱਚ ਬਹੁਤ ਵੱਡੇ ਉਹਨਾਂ ਦੇ ਬੰਦੇ ਇਨਵੋਲਡ ਆ। ਇਹ ਇਕੱਲੀ ਉਸ ਕਰਕੇ ਨਹੀਂਗਾ, ਤੇ ਇਹ ਬਿਲਕੁਲ ਕਵਰ ਅਪ ਆਪਰੇਸ਼ਨ ਹੋ ਰਿਹਾ। ਇਹ ਕਿਸੇ ਤਰੀਕੇ ਨਾਲ ਉਸ ਮਸਲੇ ਨੂੰ ਲਟਕਾਇਆ ਜਾ ਰਿਹਾ,
ਮਤਲਬ ਕਿ ਵੀ ਲਟਕ ਲੁਟਕ ਕੇ ਖਤਮ ਹੋ ਜਾਏ। ਜਿਵੇਂ ਤੁਸੀਂ ਸਵਾਲ ਖੜਾ ਕੀਤਾ ਕਿ ਬਹੁਤ ਸਾਰੇ ਬੰਦੇ ਇਨਵੋਲਵ ਹੋਣਗੇ ਇਸ ਵਿੱਚ, ਜਿਸ ਕਰਕੇ ਮਸਲੇ ਨੂੰ ਲਟਕਾਇਆ ਜਾ ਰਿਹਾ, ਪਰ ਮੌਜੂਦਾ ਮੁੱਖ ਸਕੱਤਰ ਰੂਪ ਸਿੰਘ ਦਾ ਜਿਹੜਾ ਬਿਆਨ ਆਉਂਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਮੈਂ ਵਾਪਸ ਪਰਤੂੰਗਾ ਇਕਾਂਤਵਾਸ ਚੋਂ ਤਾਂ ਬੜੇ ਵੱਡੇ ਖੁਲਾਸੇ ਕਰਨੇ ਆ, ਕਿਉਂਕਿ ਅਸਲ ਦੋਸ਼ੀਆਂ ਤੱਕ ਫੜਿਆ ਹੀ ਨਹੀਂ ਜਾ ਰਿਹਾ, ਉਹਨਾਂ ਤੱਕ ਪਹੁੰਚ ਨਹੀਂ ਹੋ ਰਹੀ। ਹਾਲੇ ਤੱਕ ਤਾਂ ਜੀ ਉਹਨੂੰ ਆਪਾਂ ਕੋਈ ਸਿੰਸੀਅਰਲੀ ਨਹੀਂ ਵੇਖ ਸਕਦੇ। ਵੇਖੋ, ਜਦੋਂ ਪਹਿਲਾਂ ਗੱਲ ਬੁਨਿਆਦੀ ਤੌਰ ਤੇ ਗੱਲ ਵੇਖੋ ਕਿ ਵੀ ਕਮੇਟੀ ਦਾ ਕੰਮ ਕੀ ਹੈ। ਕਮੇਟੀ ਦਾ ਕੰਮ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸੰਭਾਲ ਕੇ ਰੱਖਣਾ, ਉਸ ਦਾ ਪ੍ਰਸਾਰਣ ਕਰਨਾ ਗੁਰਬਾਣੀ ਦਾ, ਇਹ ਉਹਦਾ ਪ੍ਰਾਇਮਰੀ ਕੰਮ ਆ। ਬਾਕੀ ਸਾਰੀਆਂ ਗੱਲਾਂ ਸੈਕੰਡਰੀ ਆ, ਠੀਕ ਆ। ਇੱਥੋਂ ਤੱਕ ਕਿ ਵੀ ਉੱਥੇ ਜੁੱਤਾ ਘਰ ਕੇ ਜਾਂ ਹੈ ਗੁਰਦੁਆਰੇ ਵਿੱਚ ਮਾਰਬਲ ਲੱਗਿਆ ਕਿ ਨਹੀਂ ਲੱਗਿਆ, ਸਾਰੀਆਂ ਗੱਲਾਂ ਦੂਜੇ ਨੰਬਰ ਦੀਆਂ ਗੱਲਾਂ ਹੈ, ਇਹ ਸੈਕੰਡਰੀ ਆ। ਜਿਹੜਾ ਉਹਦਾ ਮੂਲ ਕੰਮ ਆ, ਠੀਕ ਆ, ਕਿ ਮੂਲ ਕੰਮ ਉਹਦਾ ਇਹ ਆ, ਜਿਵੇਂ ਤੁਸੀਂ ਅਖਬਾਰ 'ਚ ਹੈਗਾ, ਮੂਲ ਕੰਮ ਅਖਬਾਰ ਦਾ ਖਬਰ ਦੇਣਾ, ਠੀਕ ਆ। ਐਡਵਰਟਾਈਜ਼ਮੈਂਟ ਦੇ ਉੱਤੇ ਤਾਂ ਨਹੀਂ ਨਾ ਆਪਾਂ ਬਹਿਸ ਕਰ ਸਕਦੇ ਵੀ ਇਹ ਚੰਗੀ ਆ ਕਿ ਗਲਤ ਆ। ਸੋ ਮੂਲ ਕੰਮ ਹੈਗਾ ਉਹ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਤਲਬ ਸੰਭਾਲ ਕੇ ਰੱਖਣਾ ਤੇ ਉਹਦਾ ਪ੍ਰਸਾਰਣ ਕਰਨਾ, ਉਹਦੀ ਸਿੱਖਿਆ ਦਾ ਪ੍ਰਸਾਰਣ ਕਰਨਾ। ਜਦੋਂ ਇਹਦੇ ਵਿੱਚ ਉਹ ਸਾਂਭ ਸੰਭਾਲ 'ਚ ਹੀ ਨਾਕਾਮਯਾਬ ਰਹੇ, ਹੁਣ ਉਹ ਜਿਹੜੇ ਮਰਜ਼ੀ ਬਹਾਨੇ ਲਾਈ ਜਾਣ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ, ਜੇ ਤੁਹਾਡੇ ਸਭ ਤੋਂ ਇੰਪੋਰਟੈਂਟ ਚੀਜ਼ ਸੀਗੀ ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ, ਜੇ ਉੱਥੇ ਹੀ ਚੋਰੀ ਹੋਈ ਹੈ ਤੁਹਾਡੇ ਘਰ 'ਚ, ਤੁਹਾਡੀ ਸੰਸਥਾ 'ਚ, ਤੁਹਾਡੇ ਕਿਸੇ ਸਾਜੋ ਸਮਾਨ, ਤੁਹਾਡਾ ਮੇਨ ਚੀਜ਼ ਗੁੰਮ ਜੇ, ਤੁਸੀਂ 5-10 ਮਿੰਟ 15 ਮਿੰਟ ਘੰਟਾ 2 ਘੰਟੇ ਲੱਭੋਗੇ ਉਹਨੂੰ, ਜਦੋਂ ਐਡੇ ਵੱਡੇ ਲੈਵਲ ਤੇ ਨਹੀਂ ਚੀਜ਼ ਮਿਲ ਰਹੀ, ਇੰਨੇ ਸਰੂਪ ਗਾਇਬ ਹੈਗੇ ਆ, ਤਾਂ ਵੀ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਕੰਮ ਕੀ ਹੋਣਾ ਚਾਹੀਦਾ, ਤੁਸੀਂ ਫੌਜਦਾਰੀ ਮੁਕੱਦਮਾ ਦਰਜ ਕਰਾਓ ਤਾਂ ਕਿ ਕਿਸੇ ਤਰੀਕੇ ਨਾਲ ਐਵੀਡੈਂਸ ਡਿਸਟਰੋਏ ਨਾ ਹੋ ਜਾਣ। ਇਹ ਤਾਂ ਮੈਂ ਆ ਰਿਹਾ, ਮੈਂ ਦੱਸ ਰਿਹਾ, ਮੈਂ ਬਾਅਦ ਚ ਖੁਲਾਸੇ ਕਰੂੰਗਾ, ਇਹ ਕੀ ਗੱਲ ਆ ਵੀ ਤੂੰ ਖੁਲਾਸੇ ਕਰਨੇ ਆ, ਇਮੀਡੀਏਟਲੀ ਇਨਵੈਸਟੀਗੇਸ਼ਨ ਦੱਸ। ਤੂੰ ਇਕਾਂਤਵਾਸ ਤੋਂ ਬਾਹਰ ਆ ਕੇ ਵੀ ਉਦੋਂ ਕੀ ਦੱਸੇਗਾ? ਯੂ ਜਸਟ ਅੱਜ ਕੱਲ ਜ਼ੂਮ ਤੇ ਕੈਮਰਾਜ਼ ਅਵੇਲੇਬਲ, ਸਾਰਾ ਕੁਝ ਅਵੇਲੇਬਲ ਆ, ਕਮਿਊਨੀਕੇਸ਼ਨ ਤਾਂ ਨਹੀਂ ਰੱਖੂਗੀ ਵੀ ਤੂੰ ਕਹਿ ਵੀ ਮੈਂ ਇਹਦੇ ਤੇ ਕਮਿਊਨੀਕੇਟ ਕਰਨ ਨੂੰ ਤਿਆਰ ਆ ਗੱਲਾਂ ਹੋਈਆਂ। ਸੋ ਦੈਟ ਯੂ ਤੁਹਾਡਾ ਤਾਂ ਸਭ ਤੋਂ ਪ੍ਰਾਇਮਰੀ ਚੀਜ਼ ਗੁੰਮ ਗਈ। ਤੂੰ ਦੱਸ ਰਿਹਾ ਮੈਂ ਇਕਾਂਤਵਾਸ ਚੋਂ ਬਾਹਰ ਆਊਂਗਾ, ਮੈਂ ਪਹਿਲਾਂ ਬਾਹਰ ਚਲਾ ਗਿਆ, ਇਹਦੇ 'ਚ ਸਿੰਸੈਰਿਟੀ ਨਜ਼ਰ ਨਹੀਂ ਆ ਰਹੀ। ਇਹ ਸਿਰਫ ਧੋਖੇ ਦੇਣ ਦੀਆਂ ਗੱਲਾਂ, ਲਟਕਾਉਣ ਦੀਆਂ, ਬਹਾਨੇ ਬਣਾਉਣ ਦੀਆਂ ਗੱਲਾਂ। ਤੇ ਹਲੇ ਤੱਕ ਜਿੰਨਾ ਵੀ ਉਹਨਾਂ ਨੇ ਸਟੈਪਸ ਲਏ ਆ, ਉਹ ਸਿਰਫ ਸੰਗਤਾਂ ਨੂੰ ਜਾਂ ਲੋਕ ਸਿੱਖਾਂ ਨੂੰ ਗੁੰਮਰਾਹ ਕਰਨ ਵਾਸਤੇ ਲਏ ਆ। ਇਸੇ ਤਰੀਕੇ ਦੇ ਸਾਰੇ ਕਦਮ ਚੱਕੇ ਗਏ ਆ ਕਿ ਉਹਨਾਂ ਨੂੰ ਕਦੀ ਡਿਸਟਰੈਕਟ ਕਰ ਦਿੱਤਾ ਜਾਵੇ, ਕਦੀ ਇਸ ਨੂੰ ਇੰਪੋਰਟੈਂਸ ਨੂੰ ਘਟਾ ਦਿੱਤਾ ਜਾਵੇ, ਇਸ ਤਰ੍ਹਾਂ ਦੇ ਨੇ। ਤੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਇੱਥੇ ਜ਼ਿੰਮੇਵਾਰੀ ਦੀ ਗੱਲ ਕਰੀਏ ਕਿ ਉਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਤਾਂ ਹੁੰਦੀ ਹੈ ਕਿਤੇ ਨਾ ਕਿਤੇ, ਕਿਉਂਕਿ ਉਹ ਵੀ ਸਪਸ਼ਟ ਤੌਰ ਤੇ ਜਦੋਂ ਦਾ ਵੀ ਮਸਲਾ ਉੱਠਿਆ ਉਹਨਾਂ ਨੇ ਕਿਤੇ ਸਪਸ਼ਟ ਜਾਂ ਠੋਕ ਕੇ ਇਹ ਗੱਲ ਨਹੀਂ ਕਹੀ ਕਿ ਅਸੀਂ ਇਸ ਦੀ ਇਨਕੁਆਇਰੀ ਨਿਰਪੱਖਤਾ ਦੇ ਨਾਲ ਕਰਾਵਾਂਗੇ ਤੇ ਜਿਹੜੇ ਦੋਸ਼ੀ ਪਾਏਗੇ ਨਾਲ ਦੇ ਨਾਲ ਸਜ਼ਾ ਵੀ ਦਿੱਤੀ ਜਾਊਗੀ, ਜੋ ਬਣਦੀ ਹੈ ਕਾਰਵਾਈ ਕੀਤੀ ਜਾਊਗੀ। ਸਪਸ਼ਟ ਸ਼ਬਦਾਂ ਵਿੱਚ ਉਹ ਵਿਰੋਧ ਕਿਉਂ ਨਹੀਂ ਕਰ ਰਹੀ ਇਸ ਗੱਲ ਦਾ? ਸੰਦੀਪ ਜੀ, ਗੱਲ ਆ ਕਿ ਜਿਹੜੀ ਸੰਸਥਾ ਇਹਦੇ ਵਿੱਚ ਕੋਈ ਗੁਰਬਾਣੀ ਦੀ ਤਰੁਟੀ ਹੋ ਜੇ, ਕੋਈ ਉਚਾਰਨ ਦੀ ਗਲਤੀ ਹੋ ਜੇ, ਹੈ ਕੋਈ ਗ੍ਰੰਥ ਜਦੋਂ ਟਾਈਪ ਪ੍ਰਿੰਟ ਹੋਣ ਉਹਨਾਂ ਦੇ ਵਿੱਚ ਕੋਈ ਗਲਤੀ ਆ ਜੇ, ਹੈ ਉਹ ਜਾਂ ਕੋਈ ਰਿਸਰਚ ਬੋਰਡ ਦੀ ਕੋਈ ਗਲਤੀ ਹੋ ਜੇ ਜਾਂ ਸਾਫ਼ ਸਫਾਈ ਨਾ ਰੱਖੀ ਜਾ ਸਕੇ, ਇਹਦੀ ਇਨਕੁਆਇਰੀ ਤਾਂ ਕਰਾਉਂਦੇ ਉਹ ਚੰਗੇ ਲੱਗਦੇ ਆ, ਇਹਦੀ ਇਨਕੁਆਇਰੀ ਬਣਦੀ ਵੀ ਆ ਕਰਾਉਣੀ। ਪਰ ਗੋਬਿੰਦ ਜਿਹੜੇ ਐਸਜੀਪੀਸੀ ਆ, ਕੋਈ ਇਨਵੈਸਟੀਗੇਸ਼ਨ ਏਜੰਸੀ ਤਾਂ ਨਹੀਂ ਗੀ, ਚੀਜ਼ ਤਾਂ ਚੋਰੀ ਹੋਈ ਆ, ਚੋਰੀ ਦੀ ਇਨਕੁਆਇਰੀ ਜਿਹੜੀ ਆ ਉਹ ਇਨਵੈਸਟੀਗੇਟਿੰਗ ਏਜੰਸੀ ਕਰੂਗੀ, ਨਾ ਕਿ ਉਹ ਬੰਦੇ ਜਿਹੜੇ ਇਨਵੋਲਵਡ ਆ ਉਹਦੀ ਚੋਰੀ 'ਚ। ਠੀਕ ਹੈ, ਜਾਂ ਨਾ ਕਿ ਉਹ ਸੰਸਥਾ, ਉਹ ਤਾਂ ਕਿਹੜੇ ਨਾ ਹੀ ਉਹ ਐਕਸਪਰਟ ਹੈ ਇਸ ਕੰਮ ਦੇ ਵਿੱਚ, ਨਾ ਹੀ ਉਹਨਾਂ ਨੂੰ ਪਤਾ ਹੈ ਇਸ ਕੰਮ ਦਾ ਕਿਵੇਂ ਕਰਨਾ, ਨਾਲੇ ਉਹ ਇਨਵੋਲਵਡ ਹੈ ਇਸ ਕੰਮ 'ਚ, ਉਹਨਾਂ ਨੇ ਲੁਕੋਇਆ ਇਸ ਕੰਮ ਨੂੰ, ਦੱਬਣ ਦੀ ਕੋਸ਼ਿਸ਼ ਕੀਤੀ ਆ। ਤਾਂ ਇੱਕ ਤਰ੍ਹਾਂ ਉਹ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਬੈਨੀਫੀਸ਼ਰੀ ਵੀ ਹੋ ਸਕਦੇ ਆ। ਤਾਂ ਉਹ ਕਿਵੇਂ ਇਸ ਦੀ ਕਰਕੇ ਫਸਟ ਫੰਕਸ਼ਨ ਵਾਸ, ਸਭ ਤੋਂ ਪਹਿਲਾ ਕੰਮ ਹੁੰਦਾ ਸੀ ਕਿ ਉਹ ਇਸ ਚੀਜ਼ ਦੀ ਇੱਕ FIR ਕਰਾਉਂਦੇ ਕਿ ਸਾਡੇ ਇੱਥੇ ਗੁੰਮ ਹੋ ਗਈ। ਹੁਣ ਉਹ ਦੱਸ ਰਹੇ ਜੀ ਫਲਾਣੇ ਨੇ FIR ਕਰ ਦੋ, ਫਲਾਣੇ, ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੀਤੀ ਆ? ਤੁਸੀਂ ਇਹ ਕਹੋ ਜੀ ਸਿੰਪਲ FIR ਕਿ ਸਾਡੇ ਇੰਨੇ ਚੀਜ਼ਾਂ ਗਾਇਬ ਹੈਗੀਆਂ ਤੇ ਸਾਨੂੰ ਇਹਨਾਂ ਬੰਦਿਆਂ ਤੇ ਸ਼ੱਕ ਹੈ, ਜਾਂ ਇਹ ਬੰਦੇ ਉਹਨਾਂ ਨਾਲ ਦੇਖਭਾਲ ਕਰਦੇ ਸੀ ਤੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ। ਤੁਹਾਡੇ ਘਰੋਂ ਕੋਈ ਚੀਜ਼ ਗਾਇਬ ਹੋ ਜੇ, ਤੁਸੀਂ ਉਹਦੀ ਪਹਿਲਾਂ ਇਨਕੁਆਇਰੀ ਬਿਠਾਓਗੇ ਘਰੇ ਨੌਕਰਾਂ ਦੀ, ਸਾਰਿਆਂ ਦੀ, ਕਿ ਵੀ ਮੇਰਾ ਜੀ ਦੱਸੋ, ਜਾਂ ਲੈਟਸ ਸੇ ਤੁਸੀਂ ਜਿਹੜੀ ਸੰਸਥਾ 'ਚ ਕੰਮ ਕਰਦੇ ਹੋ ਉੱਥੇ ਪ੍ਰਾਇਮਰੀ ਚੀਜ਼ਾਂ ਹੀ ਗੁੰਮ ਜਾਣ, ਕੋਈ ਮੈਨੂਸਕ੍ਰਿਪਟਸ ਹੀ ਗੁੰਮ ਜਾਣ ਜਾਂ ਕੋਈ ਚੀਜ਼ਾਂ ਹੀ ਸਮਾਨ ਹੀ ਚੱਕਿਆ ਜਾਵੇ, ਤਾਂ ਕੀ ਤੁਹਾਡਾ ਮਾਲਕ ਆ ਕੇ ਪਹਿਲਾਂ ਇਨਕੁਆਇਰੀ ਬਿਠਾਊਗਾ ਕਿ ਵੀ ਬੈਠੋ ਭਾਈ, ਪਹਿਲਾਂ ਆਪਾਂ ਡਿਸਕਸ ਕਰੀਏ, ਫਿਰ ਵੇਖਾਂਗੇ, ਫਿਰ ਕਰਾਂਗੇ, ਹੈ ਨਾ? ਫਿਰ ਇੱਕ ਜਾਣਾ ਛੁੱਟੀ ਗਿਆ ਹੋਇਆ ਉਹ ਦੱਸੂਗਾ, ਉਹ ਫੋਨ ਤੇ ਵੀ ਦੱਸ ਸਕਦਾ ਕਿ ਭਾਈ ਆਹ ਚੀਜ਼ਾਂ ਪਤਾ ਕਰੋ ਭਾਈ ਫਟਾਫਟ। ਤਾਂ ਇਹ ਗੱਲਾਂ ਸਭ ਗੱਲਾਂ, ਇਹ ਲੁਕਾਉਣ ਦਾ ਕੰਮ ਆ। ਇਹਨਾਂ ਨੂੰ ਖੁੱਲ੍ਹ ਕੇ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਪ੍ਰਾਇਮਰੀ ਫੰਕਸ਼ਨ ਇਹਨਾਂ ਦਾ ਦੱਸਣਾ ਕਿ ਉਹ ਗ੍ਰੰਥ ਗਏ ਕਿੱਥੇ, ਗੁਰੂ ਗ੍ਰੰਥ ਸਾਹਿਬ ਦੀਆਂ ਉਹ ਬੀੜਾਂ ਜਾਂ ਸਰੂਪ ਗਏ ਕਿੱਥੇ।
ਇਸ ਦੇ ਵਿੱਚੋਂ ਇਹ ਤਾਂ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਣਾ ਚਾਹੀਦਾ ਹੈ ਕਿ ਗਏ ਕਿੱਥੇ, ਜਾਂ ਜਿਵੇਂ ਵੀ FIR ਆ ਜਿਹੜੀ ਦਰਜ ਕਰਵਾ ਦੇਣੀ ਚਾਹੀਦੀ ਸੀ ਕਿ ਸਾਡੇ ਸਰੂਪ ਹੈ ਜਿਹੜੇ ਇੱਥੋਂ ਗਾਇਬ ਹੋਏ ਆ ਤੇ ਇਸ ਦੀ ਭਾਲ ਹੋਣੀ ਚਾਹੀਦੀ ਹੈ ਤੇ ਸਹੀ ਥਾਂ ਦੇ ਉੱਤੇ ਪਹੁੰਚ ਹੋਣੀ ਚਾਹੀਦੀ ਹੈ। ਜਿਹੜਾ ਵੀ ਇਸ ਵਿੱਚ ਸ਼ਾਮਲ ਹੈ ਉਸ ਨੂੰ ਸਜ਼ਾ ਬਣਦੀ ਹੈ, ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਸੰਗਤ ਦੇ ਵਿੱਚ ਇੱਕ ਇਹ ਵੀ ਧਾਰਨਾ ਆਮ ਦੇਖਣ ਨੂੰ ਮਿਲਦੀ ਹੈ, ਆਪਸ ਦੇ ਵਿੱਚ ਸੰਗਤ ਜਦੋਂ ਬੈਠ ਕੇ ਵਿਚਾਰ ਵਟਾਂਦਰਾ ਕਰਦੀ ਹੈ ਤੇ ਕਹਿੰਦੇ ਫਿਰਕਾ ਪ੍ਰਸਤੀ ਨੂੰ ਜਿਹੜੇ ਸ਼ਹਿ ਦੇਣ ਵਾਲੇ ਬੰਦੇ ਆ ਉਹ SGPC ਵਿੱਚ ਜਾਂ ਅੰਦਰ ਇੰਨੇ ਜ਼ਿਆਦਾ ਇਨਵੋਲਵ ਹੋ ਗਏ ਆ ਕਿ ਕਿਤੇ ਨਾ ਕਿਤੇ ਉਹ ਆ ਜਿਹੜੇ ਗੜਬੜ ਕਰ ਰਿਹਾ, ਜਿਹਦੇ ਕਰਕੇ ਸਾਰਾ ਖਲਾਰਾ ਪੈ ਰਿਹਾ। ਨਹੀਂ, ਉਹ ਕੀ ਗੜਬੜ ਕਰ ਰਿਹਾ ਹੁਣ, ਠੀਕ ਆ, ਹੋ ਸਕਦਾ ਉਹ ਕਿਸੇ ਹੋਰ ਫੰਕਸ਼ਨ ਤੇ ਗੜਬੜ ਕਰ ਰਹੇ ਹੋਣ, ਕਿਤੇ ਹੋ ਰਿਹਾ ਹੋਵੇ, ਜਾਂ ਆਪਾਂ ਕਿਸੇ ਤੇ ਬਲੇਮ ਲਾ ਸਕਦੇ ਹਾਂ। ਪਰ ਮੈਨੂੰ ਗੱਲ ਦੱਸੋ ਵੀ ਸੱਚ ਬੋਲਣ ਤੋਂ ਵੀ ਉਹ ਰੋਕ ਰਹੇ ਆ ਤੁਹਾਨੂੰ, ਤੁਹਾਡੇ ਪ੍ਰਧਾਨ ਨੂੰ ਹੈ? ਉਹ ਇਹ ਪਹਿਲਾਂ ਇਹ ਬੋਲੋ ਕਿ ਨਹੀਂ ਜੀ ਸਾਡੇ ਗਾਇਬ ਹੀ ਨਹੀਂ ਹੋਏ, ਫਿਰ ਕਹੋ ਜੀ ਸਾਰੇ ਹੀ ਸੜ ਗਏ, ਫਿਰ ਉਹਨੇ ਨਵੀਂ ਚਿੱਠੀ ਲਿਆਤੀ ਕਿ ਤਾਂ 80 ਸੜੇ ਸੀ, ਠੀਕ ਹੈ ਨਾ, 80 ਨੂੰ ਅਗਨ ਭੇਟ ਹੋਏ ਸੀਗੇ, ਤੇ ਹੁਣ ਜੀ ਨਹੀਂ ਜੀ 80 ਅਗਨ ਭੇਟ, ਹਾਂ ਜੀ ਹੁਣ ਅਸੀਂ ਫੇਰ ਵੇਖ ਰਹੇ ਹਾਂ, ਫਿਰ ਅਸੀਂ ਆ ਰਹੇ ਹਾਂ, ਜਾ ਰਹੇ ਹਾਂ। ਇਹ ਤੇ ਫਿਰ ਤਾਂ ਇਹਦਾ ਮਤਲਬ ਇਹ ਆਪ ਹੀ ਹੈਗੇ ਫਿਰ ਉਹ ਅਨਸਰ ਜਿਹੜੇ ਅੰਦਰ ਵੜੇ ਹੋਏ ਆ। ਇਹ ਤਾਂ ਕੋਈ ਮੁਸ਼ਕਿਲ ਕੰਮ ਨਹੀਂ, ਇਹ ਤਾਂ ਸਿੰਸੀਅਰਿਟੀ ਦੀ ਕਮੀ ਹੈ, ਤਾਂ ਸਾਫ਼ ਨਜ਼ਰ ਆ ਰਿਹਾ ਕਿ ਵੀ ਗਲਤ ਗੱਲ ਜੀ। ਔਰ SGPC ਨੂੰ ਲੈ ਕੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨੇ ਜਿਹੜੇ, ਉਹਨਾਂ ਤੇ ਬਹੁਤ ਸਾਰੇ ਵਿਵਾਕੀ ਦੇ ਨਾਲ ਮਸਲਿਆਂ ਦੇ ਉੱਤੇ ਬੋਲਦੇ ਵੀ ਹੈ। ਹਾਲ ਹੀ ਦੇ ਵਿੱਚ ਢੱਡਰੀਆਂ ਵਾਲੇ ਦੇ ਨਾਲ ਜਦੋਂ ਵਿਵਾਦ ਹੁੰਦਾ ਹੈ, ਉਹਨਾਂ ਨੂੰ ਬੁਲਾਉਣ ਦਾ ਕਿਹਾ ਜਾਂਦਾ ਕਿ ਉਹਨਾਂ ਦੀਆਂ ਪੋਸਟਾਂ ਤੱਕ ਸ਼ੇਅਰ ਨਹੀਂ ਕਰਨੀਆਂ ਜੇਕਰ ਸੰਗਤ ਨੂੰ ਉਹਨਾਂ ਨੇ ਅਪੀਲ ਕੀਤੀ ਹੈ, ਪਰ ਉਹਨਾਂ ਦਾ ਵੀ ਮੋੜਵਾਂ ਜਵਾਬ ਹੁੰਦਾ ਹੈ ਕਿ ਮੈਨੂੰ ਲਿਖਤੀ ਰੂਪ ਦੇ ਵਿੱਚ ਦਿਓ ਤੇ ਮੈਂ ਮਾਫੀ ਮੰਗਣ ਨੂੰ ਤਿਆਰ ਹਾਂ। ਅਕਾਲ ਤਖਤ ਸਾਹਿਬ ਵੀ ਨਤਮਸਤਕ ਹੋਣ ਨੂੰ ਤਿਆਰ ਹਾਂ ਤੇ ਜਥੇਦਾਰ ਨੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੇ ਅੱਗੇ ਵੀ ਮੱਥਾ ਟੇਕਣ ਨੂੰ ਤਿਆਰ ਹਾਂ, ਪਰ ਮੈਨੂੰ ਲਿਖਤੀ ਰੂਪ ਵਿੱਚ ਦਿਓ। ਪ੍ਰਚਾਰਕ ਕੋਈ ਵੀ ਹੋਵੇ, ਇਕੱਲੇ ਢੱਡਰੀਆਂ ਵਾਲੇ ਨਹੀਂ, ਕੋਈ ਵੀ ਪ੍ਰਚਾਰਕ ਹੋਵੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਣ ਤੱਕ ਜਿਹੜੀ ਕਾਰਵਾਈ ਕੀਤੀ ਹੈ ਜਾਂ ਹੋਰ ਉਹਨਾਂ ਦਾ ਰੋਲ ਤੁਹਾਨੂੰ ਕੀ ਲੱਗਦਾ ਕਿ ਨਿਭਾਉਣਾ ਚਾਹੀਦਾ? ਕਿਉਂਕਿ ਉਹ ਬੰਦੇ ਵੀ ਦੂਜੇ ਪਾਸਿਓਂ ਜਦੋਂ ਜਵਾਬ ਦਿੰਦੇ ਆ ਤੇ ਪੂਰੀ ਦਲੀਲ ਨਾਲ ਦਿੰਦੇ ਆ ਕਿ ਸਾਨੂੰ ਲਿਖਤੀ ਰੂਪ ਵਿੱਚ ਦਿਓ, ਫਿਰ ਇਹਨਾਂ ਵੱਲੋਂ ਢਿੱਲ ਵਰਤਣ ਦੀ ਤੁਹਾਨੂੰ ਕੋਈ ਕਮਜ਼ੋਰੀ ਕਿੱਥੇ ਨਜ਼ਰ ਆਉਂਦੀ ਹੈ? ਕਿਸੇ ਗੱਲ ਕਰਕੇ ਮਜਬੂਰੀ ਵਿੱਚ ਨੇ ਜਾਂ ਕੋਈ ਹੋਰ ਕਾਰਨ? ਵੇਖੋ, ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਕਿ ਸਰੂਪਾਂ ਬਾਰੇ ਗੱਲ ਕਰ ਰਹੇ ਸੀ, ਤਾਂ ਪਿੱਛੇ ਉਹਨਾਂ ਦੀ ਮੀਟਿੰਗ ਹੋਈ ਜਿਹਦੇ ਵਿੱਚ ਫੈਸਲੇ ਲਏ ਗਏ, ਜਿਹਦੇ ਵਿੱਚ ਹੀ ਆ ਫੈਸਲਾ ਲਿਆ ਗਿਆ ਸੀ ਢੱਡਰੀਆਂ ਵਾਲੇ ਵਾਲਾ ਦੇ ਵਿੱਚ ਇਕਬਾਲ ਸਿੰਘ ਨਾਲ ਅਸੀਂ ਸਹਿਮਤ ਨਹੀਂ। ਕੀ ਇਹ ਸਭ ਤੋਂ ਪ੍ਰਾਇਮਰੀ ਫੈਸਲੇ ਸੀ? ਸਭ ਤੋਂ ਪਹਿਲਾ ਫੈਸਲਾ ਜਾਂ ਸਭ ਤੋਂ ਪਹਿਲਾ ਜਿਹੜਾ ਸਟੈਪ ਹੋਣਾ ਚਾਹੀਦਾ ਸੀ, ਉਹ ਜਿਹੜੇ ਸਰੂਪ ਮਿਲ ਨਹੀਂ ਰਹੇ ਜਾਂ ਗਾਇਬ ਹੋਏ ਵੇ ਆ, ਉਹਨਾਂ ਬਾਰੇ ਗੱਲਬਾਤ ਕਰਨੀ ਜ਼ਰੂਰੀ ਸੀ, ਕਿਉਂਕਿ ਸਭ ਤੋਂ ਇੰਪੋਰਟੈਂਟ ਫੰਕਸ਼ਨ ਉਹ ਸੀ। ਠੀਕ ਆ, ਤੁਹਾਡੀ ਵਿਆਖਿਆ ਤਾਂ ਕਿਵੇਂ ਕਰ ਰਿਹਾ, ਕੋਈ ਕੀ ਕਰ ਰਿਹਾ, ਇਹ ਰੁਕ ਸਕਦੀਆਂ ਗੱਲਾਂ, ਪਰ ਜਿਹੜੀ ਆ ਚੋਰੀ ਹੋਈ ਵੀ ਹੈ, ਜਿਹੜੀ ਪ੍ਰੋਬਲਮ ਹੈ, ਇਹਨੂੰ ਪਰ ਮੁੱਦਾ ਪ੍ਰਾਇਮਰੀ ਉਹ ਬਣਾ ਲਿਆ ਗਿਆ, ਲੋਕਾਂ ਦੀ ਅਟੈਂਸ਼ਨ ਉਧਰ ਕਰ ਦਿੱਤੀ ਗਈ ਹੈ। 2-3 ਦਿਨ ਉਹ ਬਹਿਸ ਹੁੰਦੀ ਰਹੀ, ਫਿਰ ਇਹ ਆਇਆ ਕਿ ਅਸੀਂ ਬਹੁਤ ਵੱਡੀ ਕਾਰਵਾਈ ਕਰਤੀ। ਕਾਰਵਾਈ ਕਰਨ ਦੇ ਨਾਲ ਨਾਲ ਉਹ ਵੇਖੋ ਐਲਾਨ ਹੋਏ ਜਿਹੜੇ ਕਿ ਵੀ ਇਹਨਾਂ ਨੂੰ ਅਸੀਂ ਪੰਥ ਰਤਨ ਦੇ ਰਹੇ ਹਾਂ, ਇਹ ਕਰ ਰਹੇ ਹਾਂ। ਮਤਲਬ ਕਿ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਜਿਹੜਾ ਇਹਨਾਂ ਦੀ ਨਾਕਾਮੀ ਆ ਜਾਂ ਇਹਨਾਂ ਨੇ ਜੋ ਗੜਬੜਾਂ ਕੀਤੀਆਂ ਕਹਿ ਲਓ, ਜਾਂ ਜੋ ਵੀ, ਹੁਣ ਤਾਂ ਆਪਾਂ ਉਹ ਜੀ ਗੱਲ ਹੀ ਕਵਾਂਗੇ ਕਿ ਮਲੀਸ਼ੀਅਸ ਇੰਟੈਂਸ਼ਨ ਆ ਜਿਹੜੀ, ਉਹਨੂੰ ਲੁਕਾਉਣ ਦਾ ਕੰਮ ਚੱਲ ਰਿਹਾ ਸਾਰਾ, ਕਿ ਉਹਨੂੰ ਕਿਵੇਂ ਨਾ ਕਿਵੇਂ ਉਹ ਸਾਹਮਣੇ ਨਾ ਆ ਜੇ ਸਾਡਾ। ਠੀਕ ਹੈ, ਤੇ ਉਹਦੇ ਵਿੱਚ ਆਪਾਂ ਇਹ ਕਹਿ ਦਈਏ ਕਿ ਛੋਟੇ ਛੋਟੇ ਮੁਲਾਜ਼ਮ ਹੀ ਇਹ ਕਰਕੇ, ਉਹਨਾਂ ਦਾ ਕੀ ਇੰਟਰਸਟ ਆ? 2500 ਰੁਪਏ ਦੀ ਭੇਟਾਂ ਨਾਲ ਮਿਲ ਜਾਂਦੀ ਚੀਜ਼, ਤੁਸੀਂ ਕਿਉਂ ਚੋਰੀ ਕਰੋ? ਕਿੰਨੇ ਦੀ ਵੇਚ ਲੂ? ਤੇ ਜੇ ਐਂ ਹੋ ਰਿਹਾ ਸੀ ਤਾਂ ਵੀ 4 ਸਾਲ ਤੁਸੀਂ ਆਡਿਟ ਹੀ ਨਹੀਂ ਕੀਤਾ, ਫਿਰ ਤਾਂ ਖੀਰ ਘੁੰਮ ਕੇ ਤਾਂ ਗੱਲ ਇੱਥੇ ਆਉਂਦੀ ਹੈ, ਜਾਂ ਤੁਸੀਂ ਨਲਾਇਕ ਹੋ, ਤੁਸੀਂ ਹੈਂਡਲ ਨਹੀਂ ਕਰ ਸਕਦੇ, ਜਾਂ ਤੁਸੀਂ ਵਿੱਚ ਰਲੇ ਹੋਏ ਹੋ। ਦੋ ਹੀ ਗੱਲਾਂ ਹੋ ਸਕਦੀਆਂ। ਤੇ ਜਥੇਦਾਰ ਸਾਹਿਬ ਤੋਂ ਪੰਥ ਨੂੰ ਬਹੁਤ ਆਸਾਂ ਸੀ, ਪੰਥ ਨੂੰ ਬਹੁਤ ਉਮੀਦਾਂ ਹੈ ਹਲੇ ਵੀ, ਤਾਂ ਉਹਨਾਂ ਨੂੰ ਨਿਰਪੱਖ ਹੋ ਕੇ ਸਟੈਂਡ ਲੈ ਕੇ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਇੱਕ ਅਲੱਗ ਕੰਮ ਕਰਨਾ ਚਾਹੀਦਾ ਹੈ। ਇਹਨਾਂ ਨੂੰ ਕਹਿਣਾ ਚਾਹੀਦਾ ਹੈ ਵੀ ਆ ਕਮੇਟੀਆਂ ਨਹੀਂ, ਇਹ ਸਾਡਾ ਤਾਂ ਸਿਧਾਂਤ ਮੂਲ ਹੈ ਹੀ ਇਹ, ਬਿਲਕੁਲ ਪਹਿਲਾਂ ਇਹ ਦਿਨ ਰਾਤ ਕਰਕੇ ਇਹਨੂੰ ਨਿਬੇੜੋ। ਠੀਕ ਆ, ਤੇ ਜਿਹੜੀ ਆ ਵਿਆਖਿਆ ਗਲਤ ਪ੍ਰਣਾਲੀ ਆ, ਸਹੀ ਪ੍ਰਣਾਲੀ ਆ, ਇਹਨੂੰ ਵੀ ਕਿਸੇ ਢੰਗ ਨਾਲ ਪਾਰਟੀਜ਼ਨ ਰੋਲ ਨਾ ਕਰਕੇ ਪ੍ਰੋਪਰ ਢੰਗ ਨਾਲ ਇਹਨੂੰ ਨਜਿੱਠਣਾ ਚਾਹੀਦਾ ਹੈ। ਸੰਪਰਦਾਵਾਂ ਹੋਰ ਵੀ ਬਹੁਤ ਐਸਾ ਕੰਮ ਕਰ ਰਹੀਆਂ ਜਿਹੜੀਆਂ ਆਪਣਾ ਸਿੱਖੀ ਦੇ ਉਸ ਦਾਇਰੇ 'ਚ ਨਹੀਂ ਆਉਂਦੀਆਂ, ਉਹਨਾਂ ਨੂੰ ਵੀ ਜਾਂ ਤਾਂ ਸੱਦੋ, ਸਾਰਿਆਂ ਦੇ ਮਾਪਦੰਡ ਤੈਅ ਕਰਕੇ ਗੱਲ ਕਰੋ, ਤਾਂ ਕਿ ਇਹ ਨਾ ਲੱਗੇ ਕਿ ਵੀ ਕਿਸੇ ਨਾਲ ਪੱਖਪਾਤ ਹੋਇਆ। ਜੀ, ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਸੇ ਮਸਲੇ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਦੱਸਦੀ ਹੈ, ਚਾਹੇ ਚੋਣਾਂ ਦਾ ਵੇਲਾ ਹੋਵੇ ਜਾਂ ਚੋਣਾਂ ਤੋਂ ਵੇਲਾ ਬਾਅਦ ਦਾ ਵੀ ਹੋਵੇ, ਤਾਂ ਹਰ ਵਾਰੀ ਜਦੋਂ ਵੀ ਉਹਨਾਂ ਦੇ ਪ੍ਰਧਾਨ ਸਟੇਜ ਦੇ ਉੱਤੋਂ ਸੰਬੋਧਨ ਕਰਦੇ ਆ ਤੇ ਉਹ ਕਹਿੰਦੇ ਆ ਸਿੱਖ ਸੰਗਤ ਦੇ ਨਾਲ ਜੇ ਅਸੀਂ ਖੜੇ ਹਾਂ ਤੇ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਪਰ ਇਸ ਮਸਲੇ ਦੇ ਉੱਤੇ ਉਹਨਾਂ ਦੀ ਚੁੱਪ ਨੂੰ ਕਿਵੇਂ ਦੇਖਦੇ ਹੋ? ਚੁੱਪ ਤਾਂ ਸਾਫ਼ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਇਨਵੋਲਵਡ ਆ ਉਹ ਲੋਕ, ਕਿਸੇ ਨੂੰ ਲੁਕੋ ਰਹੇ ਆ। ਇਹ ਤਾਂ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਕਿ ਵੀ ਇੱਕ ਸਰੂਪ ਗਾਇਬ ਆਪਣਾ ਮਿਸਪਲੇਸ ਹੋਇਆ ਸੀ, ਜਾਂ ਪਤਾ ਨਹੀਂ ਲੱਗ ਰਿਹਾ ਸੀ, ਜਾਂ ਚੋਰੀ ਹੋਇਆ ਸੀ,
ਤਾਂ ਉਹਨਾਂ ਨੇ ਉੱਥੇ ਧਰਨੇ ਲਾਤੇ ਪਟਿਆਲੇ। ਅੱਜ ਵੀ ਉਹ ਧਰਨੇ ਕਿਉਂ ਨਹੀਂ ਲਾਉਂਦੇ? ਅੱਜ ਕਿਉਂ ਨਹੀਂ ਕਹਿੰਦੇ ਵੀ ਇਹਦੀ ਇਨਵੈਸਟੀਗੇਸ਼ਨ ਹੋਵੇ? ਉਹ ਤਾਂ ਉਹਨਾਂ ਦੇ ਆਪ ਦੇ ਹੱਥ 'ਚ। ਕਿਉਂ ਨਹੀਂ ਉਹਨੂੰ ਫਟਾਫਟ ਕਰਾਉਂਦੇ? ਕਿਉਂ ਨਹੀਂ ਉਹਦੇ ਤੇ ਬਿਆਨ ਦਿੰਦੇ? ਇਹਦਾ ਮਤਲਬ ਹੈਗਾ ਕਿ ਵੀ ਉਹ ਕਿਤੇ ਨਾ ਕਿਤੇ ਉਸ ਧਿਰ ਦੇ ਵਿੱਚ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਆਪ ਬਚਣ ਦੀ ਕੋਸ਼ਿਸ਼ ਕਰ ਰਹੇ, ਇਹ ਤਾਂ ਉਹ ਹੀ ਜਾਣ। ਪਰ ਇਹ ਬਿਲਕੁਲ ਬੇਅਦਬੀ ਹੈ। ਵੇਖੋ, ਚੋਰ ਫੜਿਆ ਜਾਵੇ ਨਾ ਜਾਵੇ, ਕੁਛ ਹੋਵੇ ਜਾਂ ਨਾ ਹੋਵੇ, ਉਹ ਸਰੂਪ ਜਿਹੜੇ ਗਾਇਬ ਆ ਉਹ ਕਿਹੜੀ ਹਾਲਤ 'ਚ ਆ, ਕੀ ਉਹਨਾਂ ਦੀ ਮਰਿਆਦਾ 'ਚ ਰੱਖੇ ਜਾ ਰਹੇ ਆ, ਕੀ ਇਹ ਆਪਦੇ ਆਪ 'ਚ ਬੇਅਦਬੀ ਨਹੀਂ ਗੀ? ਇਹ ਆਪਦੇ ਆਪ 'ਚ ਹੀ ਬੇਅਦਬੀ ਹੈ ਜਦੋਂ ਤੁਹਾਨੂੰ ਪਤਾ ਨਹੀਂ ਕਿੱਥੇ ਆ, ਕੀ ਪਤਾ ਉਹ ਕਿੱਥੇ ਆ। ਠੀਕ ਹੈ, ਤੁਹਾਡਾ ਆਪ ਦਾ ਜਿਹੜਾ ਮਤਲਬ ਪਾਤਸ਼ਾਹ, ਉਹ ਤੁਸੀਂ ਉਹਦੇ ਬਾਰੇ ਤੁਸੀਂ ਕਰ ਨਹੀਂ ਰਹੇ। ਤੁਹਾਡਾ ਮੇਨ ਬਾਪ ਹੈ ਤੁਹਾਡਾ ਪੰਥ ਦਾ, ਹੈ ਨਾ ਜੀ, ਉਹਦੇ ਬਾਰੇ ਤੁਸੀਂ ਫਿਕਰਮੰਦ ਨਹੀਂ, ਗੁਰੂ ਬਾਰੇ ਆਦੇ ਫਿਕਰਮੰਦ ਨਹੀਂ। ਬਾਕੀ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ, ਉਹਦੀ ਵਿਆਖਿਆ ਗਲਤ ਹੋ ਗਈ ਜੀ, ਇਹਦੇ ਨਾਲ ਮੈਂ ਸਹਿਮਤ ਨਹੀਂ ਜੀ, ਇਹਦੇ ਮੈਂ ਕਮੇਟੀ ਬਣਾਤੀ ਜੀ, ਇਹ ਕੋਈ ਗੱਲ। ਅਜੇਪਾਲ ਬਰਾੜ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ ਅਜੇਪਾਲ ਸਿੰਘ ਬਰਾੜ, ਜਿਹੜੇ ਕਿ ਲੇਖਕ ਵਜੋਂ ਵੀ ਵਿਚਰਦੇ ਨੇ ਤੇ ਬੜੇ ਮਸਲਿਆਂ ਦੇ ਉੱਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੇ ਨੇ। ਆਖਿਰਕਾਰ ਸਵਾਲ ਫਿਰ ਵੀ ਉੱਥੇ ਦਾ ਉੱਥੇ ਹੈ ਕਿ SGPC ਜਾਂ ਹੋਰ ਵੀ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਨੇ, ਹੁਣ ਤੱਕ ਕੁਝ ਵੀ ਪਤਾ ਅਜੇ ਤੱਕ ਨਹੀਂ ਲੱਗ ਸਕਿਆ, ਉਹਨਾਂ ਦੇ ਪਤਾ ਲਗਾਉਣ ਦੇ ਲਈ ਕੀ ਕਾਰਵਾਈ ਹੁੰਦੀ ਹੈ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਚਰਚਾ ਹਾਲੇ ਵੀ ਬਣੀ ਹੋਈ ਹੈ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।